हाँ जी दोस्तों, ਆਪਾਂ ਅੱਜ ਗੱਲ ਕਰਾਂਗੇ BC ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਜਿਹਦੀ ਇੱਕ ਸਟਰੀਮ ਹੈ ਸਕਿੱਲਸ ਇਮੀਗ੍ਰੇਸ਼ਨ ਐਂਟਰੀ ਲੈਵਲ ਐਂਡ ਸੈਮੀ ਸਕਿਲਡ, ਜਿਹਨੂੰ ਆਪਾਂ ELSS ਸ਼ਾਰਟ ਫਾਰਮ ਕਹਿੰਦੇ ਹਾਂ। ਇਹਦੇ ਲਈ ਐਲੀਜੀਬਿਲਟੀ ਰਿਕੁਆਇਰਮੈਂਟਸ ਹੈਗੀਆਂ ਨੇ। ਯੂ ਮਸਟ ਬੀ ਇੰਪਲੋਇਡ ਐਂਡ ਵਰਕਿੰਗ ਫੁੱਲ ਟਾਈਮ ਐਟ ਲੀਸਟ ਐਨ ਐਵਰੇਜ ਆਫ 30 hours a week year round with the BC employer, supporting your BC PNP application in any ELSS eligible occupation for at least 9 consecutive months immediately prior to registration to the BC PNP। मतलब ਘੱਟੋ ਘੱਟ 30 ਘੰਟੇ ਤੁਹਾਡੇ ਵੀਕ ਦੇ ਲੱਗਦੇ ਹੋਣ, ਉਸੇ ਇੰਪਲੋਇਰ ਦੇ ਨਾਲ ਤੁਸੀਂ ਜੋਬ ਕਰਦੇ ਹੋ ਜਿਹਨੇ ਤੁਹਾਨੂੰ PNP ਦੇ ਲਈ ਸਪੋਰਟ ਕਰਨਾ, ਜਿਹਨੇ ਤੁਹਾਨੂੰ ਜੋਬ ਆਫਰ ਦੇਣੀ ਹੈ। ਅਤੇ ਘੱਟੋ ਘੱਟ ਜਿਹੜੇ 9 ਮਹੀਨੇ ਆ ਇਮੀਡੀਏਟਲੀ ਪ੍ਰਾਇਰ ਟੂ ਰਜਿਸਟਰਿੰਗ ਟੂ ਦਾ BC PNP ਤੁਸੀਂ ਕੰਮ ਕਰ ਰਹੇ ਹੋ, ਮਿਨੀਮਮ 9 months। ਇਸ ਤੋਂ ਬਾਅਦ ਹੈ employment that is part of a program of study such as co-op or obtained using a study permit or off-campus work permit does not qualify towards your work experience। co-op work ਇਹਦੇ ਵਿੱਚ ਕਾਊਂਟ ਨਹੀਂ ਹੋਣਾ, ਅਤੇ ਨਾ ਹੀ ਜਿਹੜਾ ਤੁਸੀਂ ਪੜ੍ਹ ਰਹੇ ਹੁੰਦੇ ਹੋ ਉਸ ਤੋਂ ਬਾਅਦ ਉਹਦੇ ਨਾਲ ਜਿਹੜੇ ਤੁਸੀਂ 20 ਘੰਟੇ ਕੰਮ ਕਰਦੇ ਹੋ ਉਹ ਵੀ ਕਾਊਂਟ ਨਹੀਂ ਹੋਣੇ। ਇਸ ਤੋਂ ਬਾਅਦ ਜਿਹੜੀ ELSS ਹੈ ਇਹਦੇ ਵਿੱਚ 3 ਤਰ੍ਹਾਂ ਦੀਆਂ ਕੈਟਾਗਰੀਜ਼ ਨੇ, ਜਾਂ ਤਾਂ ਟੂਰਿਜ਼ਮ ਐਂਡ ਹੌਸਪੀਟੈਲਿਟੀ ਹੈ, ਲੌਂਗ ਹੌਲ ਟਰੱਕਿੰਗ ਹੈ, ਫੂਡ ਪ੍ਰੋਸੈਸਿੰਗ ਹੈ। ਜਿਹੜੀ ਹੈਗੀ ਆਪਣੇ ਕੋਲ ਟੂਰਿਜ਼ਮ ਹੈ ਉਹਦੇ ਵਿੱਚ ਆ ਜਾਂਦਾ ਆਪਣੇ ਕੋਲ 65-25 ਹੋਟਲ ਫਰੰਟ ਡੈਸਕ ਕਲਰਕ। ਉਸ ਤੋਂ ਬਾਅਦ ਆ ਜਾਂਦਾ ਆਪਣੇ ਕੋਲ 65-31, 65-32, 65-33। ਇਸ ਤੋਂ ਬਾਅਦ ਆਪਣੇ 65-11, 65-12, 65-13 ਅਤੇ 67-11, ਜਿਹਦੇ ਵਿੱਚ ਫੂਡ ਕਾਊਂਟਰ ਅਟੈਂਡੈਂਟਸ ਨੇ, ਕਿਚਨ ਹੈਲਪਰਸ ਐਂਡ ਅਦਰ ਓਕੂਪੇਸ਼ਨਸ ਇਹ ਆ ਜਾਂਦੀ ਹੈ। ਇਸ ਤੋਂ ਬਾਅਦ 67-31, 67-32, 67-33 ਅਤੇ 67-21 ਇਹ ਵੀ ਆ ਜਾਂਦੀਆਂ। ਅਦਰਸ ਜਿਹੜੀਆਂ ਆ ਜਾਂਦੀਆਂ ਹੋਟਲਸ ਰੈਸਟੋਰੈਂਟਸ, ਇਹਨਾਂ ਦੇ ਵਿੱਚ ਆ ਜਾਂਦਾ ਆਪਣੇ ਕੋਲ ਅਦਰਸ ਸਰਵਿਸ ਓਕੂਪੇਸ਼ਨ ਦੇ ਵਿੱਚ ਆ ਜਾਂਦਾ ਆਪਣੇ ਕੋਲ 67-41 ਅਤੇ 67-42, ਜਿਹਦੇ ਵਿੱਚ ਆਪਣੇ ਕੋਲ ਲਾਂਡਰੀ ਐਂਡ ਅਦਰ ਰਿਲੇਟਡ ਓਕੂਪੇਸ਼ਨਸ ਵੀ ਆਉਂਦੀਆਂ ਨੇ। ਫੂਡ ਪ੍ਰੋਸੈਸਿੰਗ ਦੇ ਵਿੱਚ ਆਪਣੇ ਕੋਲ ਆ ਜਾਂਦਾ ਜਿਵੇਂ ਮੀਟ ਕਟਰਸ ਹੋ ਗਏ, ਟੈਸਟਰਸ, ਗ੍ਰੇਡਰਸ, ਫਿਸ਼ ਐਂਡ ਸੀ ਫੂਡ ਪਲਾਂਟ ਵਰਕਰਸ, ਲੇਬਰਰਸ ਇਨ ਫਿਸ਼ ਐਂਡ ਸੀ ਫੂਡ ਪ੍ਰੋਸੈਸਿੰਗ, ਇਹ ਸਾਰਾ ਆ ਜਾਂਦਾ ਆਪਣੇ ਕੋਲ ਫੂਡ ਪ੍ਰੋਸੈਸਿੰਗ 'ਚ। ਅਤੇ ਜਿਹੜਾ 9-75-11 ਉਹ ਆਪਣੇ ਲੌਂਗ ਹੌਲ ਟਰੱਕ ਡਰਾਈਵਰਸ ਦੇ ਲਈ ਹੁੰਦਾ। ਇਸ ਤੋਂ ਬਾਅਦ ਐਲੀਜੀਬਿਲਟੀ ਰਿਕੁਆਇਰਮੈਂਟਸ ਦੀ ਗੱਲ ਕਰੀਏ ਥੋੜ੍ਹੀ ਜਿਹੀ। ਯੂ ਮਸਟ ਮੇਨਟੇਨ ਫੁੱਲ ਟਾਈਮ ਇੰਪਲੋਇਮੈਂਟ ਵਿਦ ਯੂਰ ਇੰਪਲੋਇਰ ਇਨ BC ਥਰੂ ਆਊਟ ਬੋਥ ਦਾ BC PNP ਐਂਡ ਦਾ PR ਪ੍ਰੋਸੈਸ। ਤੁਹਾਨੂੰ ਉਸ ਇੰਪਲੋਏ ਕੋਲ ਕੰਮ ਕਰਦੇ ਰਹਿਣਾ ਪਵੇਗਾ PR ਹੋਣ ਤੱਕ। ਇਨ ਐਡੀਸ਼ਨ ਟੂ ਦਾ 9 months ਆਫ ਫੁੱਲ ਟਾਈਮ ਇੰਪਲੋਇਮੈਂਟ ਰਿਕੁਆਇਰਮੈਂਟ। ਅੱਗੇ ਇੱਕ ਥੋੜ੍ਹੀ ਜਿਹੀ ਕੰਡੀਸ਼ਨ ਹੋਰ ਹੈ, ਜਿਹੜੇ ਆਪਣੇ ਲੌਂਗ ਹੌਲ ਟਰੱਕ ਡਰਾਈਵਰਸ ਨੇ 9 ਮਹੀਨੇ ਜਿਹੜਾ ਉਹਨਾਂ ਨੇ ਮਿਨੀਮਮ ਕੰਮ ਕਰਨਾ ਹੈ ਉਸ ਇੰਪਲੋਇਰ ਨਾਲ, ਉਸ ਤੋਂ ਇਲਾਵਾ ਉਹਨਾਂ ਕੋਲ 2 ਸਾਲ ਦਾ ਐਕਸਪੀਰੀਅੰਸ ਹੋਰ ਹੋਣਾ ਚਾਹੀਦਾ। ਇਹ ਜਿਹੜਾ ਐਕਸਪੀਰੀਅੰਸ ਆ ਹੋ ਸਕਦਾ ਉਹ ਕੈਨੇਡਾ ਦੇ ਵਿੱਚ ਹੋਵੇ ਜਾਂ ਅਬਰੋਡ ਹੋਵੇ, ਉਹ ਦੋਵੇਂ ਕਾਊਂਟ ਕੀਤੇ ਜਾਂਦੇ ਆ। ਪਰ ਇਸ ਤੋਂ ਇਲਾਵਾ 9 ਮਹੀਨਿਆਂ ਤੋਂ ਇਲਾਵਾ 2 ਸਾਲ ਦਾ ਹੋਰ ਹੋਣਾ ਚਾਹੀਦਾ ਪਿਛਲੇ 3 ਸਾਲਾਂ ਦੇ ਵਿੱਚ। ਜੋਬ ਆਫਰ ਉਹੀ ਹੈ, ਇਨਡਿਟਰਮੀਨੇਟ ਹੋਣਾ ਚਾਹੀਦਾ, ਡੇਟ ਨਹੀਂ ਹੋਣੀ ਚਾਹੀਦੀ, ਫੁੱਲ ਟਾਈਮ ਇੰਪਲੋਇਮੈਂਟ ਹੋਣੀ ਚਾਹੀਦੀ ਹੈ, ਅਤੇ ਐਲੀਜੀਬਲ NOC C ਔਰ D ਓਕੂਪੇਸ਼ਨ ਦੇ ਵਿੱਚ ਹੋਵੇ, ਜਿਹੜੇ ਕਿ ELSS ਦੇ ਤੁਹਾਨੂੰ ਦੱਸਿਆ ਨਹੀਂ, ਅਤੇ ਜਿਹੜੇ ਵੇਜ ਹੈ ਉਹ ਇੰਡਸਟਰੀ ਸਟੈਂਡਰਡਸ ਦੇ ਮੁਤਾਬਿਕ ਹੋਣ। ਜਿਹੜੀ ਆਪਣੀ ਮਿਨੀਮਮ ਰਿਕੁਆਇਰਮੈਂਟ ਹੈ ਇਨਕਮ ਦੀ, ਉਹ 3 ਫੈਕਟਰਸ 'ਤੇ ਡਿਪੈਂਡ ਕਰੂਗੀ। ਐਨੂਅਲ ਵੇਜ ਇਨ BC, ਲੋਕੇਸ਼ਨ ਆਫ ਰੈਜ਼ੀਡੈਂਸ ਜੇ ਤੁਸੀਂ ਕੰਮ ਕਰ ਰਹੇ ਹੋ, ਅਤੇ ਨੰਬਰ ਆਫ ਡਿਪੈਂਡੈਂਟਸ ਇਨ ਯੂਰ ਫੈਮਿਲੀ, ਇਹ ਇਹਨਾਂ 'ਤੇ ਡਿਪੈਂਡ ਕਰਦੀ ਹੈ। ਐਜੂਕੇਸ਼ਨ ਦੇਖੀਏ ਤਾਂ ਕੰਪਲੀਸ਼ਨ ਆਫ ਸੈਕੰਡਰੀ ਐਜੂਕੇਸ਼ਨ ਐਂਡ ਐਨੀ ਲਾਈਸੈਂਸਿੰਗ ਔਰ ਸਰਟੀਫਿਕੇਸ਼ਨ ਰਿਕੁਆਇਰਡ ਫॉर ਯੂਰ ਜੋਬ। ਘੱਟੋ ਘੱਟ ਸੈਕੰਡਰੀ ਹੋਣੀ ਚਾਹੀਦੀ ਹੈ। ਲੈਂਗੁਏਜ ਹੈਗਾ CLB 4 ਹੈ ਮਿਨੀਮਮ,
CLB4 is minimum। फीस हैगी है $1150 ਤੇ incomplete applications will not be approved and application fees will only be refunded if you withdraw your application before the BCPNP begins to assess it। प्रोसैस होई है, पहले रजिस्ट्रेशन करनी है ऑनलाइन, फिर वो ड्रा निकलेगा, इनविटेशन आएगी, फिर सारी की सारी एप्लीकेशन विद योर जॉब एक्सपीरियंस, जॉब ऑफर, एजुकेशन भेज देनी है, फिर डिसीजन होगा, फिर उन्होंने वालों की है अपना नोट मिलेगी नॉमीनेशन तो बाद IRCC की जी फुल एप्लीकेशन है फैडरल की वो जाएगी तो PR होएगी। रिक्वेस्ट फॉर रिव्यू भी कर सकते हैं जो थानू कोई लगता भी तुहानू कोई गलती नहीं सी तो एप्लीकेशन रिफ्यूज़ होगी। ਇਹਦੇ ਲਈ $500 है, नॉन रिफंडेबल फीस है। जे कनेडा ਦੇ ਵਿੱਚ ਰਹਿ ਕੇ ਤੁਸੀਂ ਇਹ ਕਰ ਰਹੇ ਹੋ ਰਿਕੁਐਸਟ ਫॉर ਰਿਵਿਊ ਤਾਂ ਤੁਹਾਡੇ ਕੋਲ 30 ਕੈਲੰਡਰ ਡੇਜ਼ ਨੇ, ਤੇ ਜੇ ਬਾਹਰ ਹੋ ਤਾਂ ਤੁਹਾਡੇ ਕੋਲ 60 ਕੈਲੰਡਰ ਡੇਜ਼ ਨੇ।